ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖਿਆ ਗਿਆ ਭਾਰਤੀ ਸੰਵਿਧਾਨ ਲੈ ਕੇ ਹਾਜ਼ਰ ਹੋਇਆ ਹਾਂ। ਸੋ ਅੱਜ ਆਪ ਜੀ ਦੇ ਨਾਲ ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 2 ਜਿਸ ਵਿੱਚ ਨਾਗਰਿਕਤਾ ਦਾ ਜ਼ਿਕਰ ਹੈ ਉਸ ਬਾਰੇ ਵਿਚਾਰ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਸੋ ਭਾਰਤ ਦਾ ਨਾਗਰਿਕ ਕੌਣ ਹੈ, ਕਿਸ ਨੂੰ ਭਾਰਤੀ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ, ਆਓ ਆਪਾਂ ਸਾਰੇ ਰਲ ਮਿਲ ਕੇ ਜਾਣਨ ਦਾ ਯਤਨ ਕਰੀਏ, ਵਿਚਾਰਾਂ ਆਰੰਭ ਕਰੀਏ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਰਹਿਬਰਾਂ, ਆਪਣੇ ਮਹਾਂਪੁਰਖਿਆਂ ਨੂੰ ਹੋਈਏ ਨਤਮਸਤਕ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਭਾਰਤ ਦੇ ਪਿਆਰੇ ਦੇਸ਼ ਵਾਸੀਓ, ਆਪ ਜੀ ਨੂੰ ਪਤਾ ਹੈ ਕਿ ਸਾਡੇ ਭਾਰਤ ਦੇਸ਼ ਵਿੱਚ 125 ਕਰੋੜ ਤੋਂ ਲੈ ਕੇ 130 ਕਰੋੜ ਤੱਕ ਲੋਕ ਰਹਿੰਦੇ ਨੇ। ਲਗਭਗ ਜਿਹੜੀ ਲੋਕਾਂ ਦੀ ਗਿਣਤੀ ਹੈ 130 ਕਰੋੜ ਦੇ ਆਸ-ਪਾਸ ਹੈ। ਸਵਾਲ ਇਹ ਹੈ ਕਿ ਸਾਰੇ ਦੇ ਸਾਰੇ ਲੋਕ ਜੋ ਭਾਰਤ ਵਿੱਚ ਰਹਿ ਰਹੇ ਨੇ, ਕੀ ਸਾਰੇ ਹੀ ਭਾਰਤੀ ਨਾਗਰਿਕ ਨੇ? ਇਸ ਨੂੰ ਆਪਾਂ ਸਮਝਣਾ ਹੈ, ਕਿਉਂਕਿ ਸਾਡੇ ਭਾਰਤ ਦੇਸ਼ ਦੇ ਵਿੱਚ ਵਿਦੇਸ਼ੀ ਨਾਗਰਿਕ ਵੀ ਰਹਿ ਰਹੇ ਨੇ। ਜਿਹੜੇ ਭਾਰਤ ਤੋਂ ਬਾਹਰਲੇ ਲੋਕ ਨੇ, ਫੋਰਨ ਕੰਟਰੀਆਂ ਦੇ ਲੋਕ ਨੇ, ਜਿਨ੍ਹਾਂ ਦਾ ਜਨਮ ਹੋਰ ਦੇਸ਼ਾਂ ਵਿੱਚ ਹੋਇਆ, ਉਹ ਇੱਥੇ ਪੜ੍ਹਾਈ ਕਰਦੇ ਨੇ, ਕੰਮਕਾਰ ਕਰਦੇ ਨੇ, ਰੁਜ਼ਗਾਰ ਕਰਦੇ ਨੇ, ਨੌਕਰੀਆਂ ਕਰਦੇ ਨੇ, ਉਹ ਵੀ ਇੱਥੇ ਰਹਿ ਰਹੇ ਨੇ। ਕੀ ਉਹ ਵੀ ਭਾਰਤ ਦੇਸ਼ ਦੇ ਨਾਗਰਿਕ ਨੇ? ਇਹ ਆਪਾਂ ਨੂੰ ਇਸ ਆਰਟੀਕਲ ਦੇ ਵਿੱਚ ਸਮਝ ਲੱਗੇਗੀ। ਸੋ ਇਸ ਲਈ ਆਪ ਜੀ ਦੇ ਨਾਲ ਅੱਜ ਨਾਗਰਿਕਤਾ ਦਾ ਜੋ ਚੈਪਟਰ ਹੈ ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 2 ਦੇ ਵਿੱਚ, ਜਿਸ ਦੇ ਵਿੱਚ ਆਰਟੀਕਲ 5 ਤੋਂ ਲੈ ਕੇ 11 ਤੱਕ ਜੋ ਨਾਗਰਿਕਤਾ ਦਾ ਜ਼ਿਕਰ ਕੀਤਾ ਗਿਆ ਹੈ, ਇਸ ਨੂੰ ਸਮਝਣ ਦਾ ਯਤਨ ਕਰਾਂਗੇ। ਸੋ ਮੈਂ ਇੱਕ ਜ਼ਰੂਰੀ ਬੇਨਤੀ ਕਰਦਿਆਂ, ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਸੁਣੀ ਜਿਸ ਦੇ ਵਿੱਚ ਸੰਘ ਅਤੇ ਉਸ ਦਾ ਰਾਜ ਖੇਤਰ ਆਰਟੀਕਲ 1 ਤੋਂ ਲੈ ਕੇ 4 ਤੱਕ ਗੱਲਬਾਤ ਕੀਤੀ ਗਈ ਹੈ, ਨਹੀਂ ਸੁਣਿਆ, ਕਿਰਪਾ ਕਰਕੇ YouTube 'ਤੇ ਜਾ ਕੇ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਸਰਚ ਕਰਕੇ ਲਿਖ ਕੇ ਤੁਸੀਂ ਉੱਥੇ ਉਸ ਵੀਡੀਓ ਨੂੰ ਸੁਣ ਸਕਦੇ ਹੋ, ਤਾਂ ਜੋ ਭਾਰਤੀ ਸੰਵਿਧਾਨ ਦੀ ਜੋ ਲੜੀਵਾਰ ਵਿਚਾਰ ਹੈ ਆਪ ਜੀ ਨੂੰ ਸਮਝ ਲੱਗ ਸਕੇ। ਸੋ ਆਓ ਆਪਾਂ ਹੁਣ ਭਾਰਤੀ ਸੰਵਿਧਾਨ ਨੂੰ ਸਮਝਣ ਦਾ ਯਤਨ ਕਰੀਏ। ਇੱਕ ਹੋਰ ਬੇਨਤੀ ਇਹ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਦੇਸ਼ ਦੇ ਵਿੱਚ ਇਕਲ ਨਾਗਰਿਕਤਾ ਹੈ। ਇੱਕ ਦੋਹਰੀ ਨਾਗਰਿਕਤਾ ਹੁੰਦੀ ਹੈ, ਇੱਕ ਇਕਲ ਨਾਗਰਿਕਤਾ ਹੁੰਦੀ ਹੈ, ਜਿਹਨੂੰ ਆਪਾਂ ਕੈਰੀ ਵੀ ਕਹਿ ਸਕਦੇ ਹਾਂ। ਜਿਵੇਂ ਅਮਰੀਕਾ ਦੇ ਵਿੱਚ ਜੋ ਸਟੇਟਾਂ ਨੇ, ਉੱਥੋਂ ਦੀਆਂ ਰਾਜ ਨੇ, ਉਹਨਾਂ ਰਾਜਾਂ ਦੇ ਵਿੱਚ ਭਾਵ ਉਹਨਾਂ ਸਟੇਟਾਂ ਦੇ ਵਿੱਚ ਵੀ ਨਾਗਰਿਕਤਾ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਉਸ ਦੇਸ਼ ਦੀ ਅਮਰੀਕਾ ਦੀ ਨਾਗਰਿਕਤਾ ਵੀ ਦਿੱਤੀ ਜਾਂਦੀ ਹੈ। ਭਾਵ 2 ਨਾਗਰਿਕਤਾ ਹੋ ਗਈਆਂ। ਉਹਨੂੰ 2 ਪ੍ਰਮਾਣ ਪੱਤਰ ਮਿਲਦੇ ਨੇ, ਇੱਕ ਤਾਂ ਉਹ ਸਟੇਟ ਦਾ, ਇੱਕ ਉਹ ਆਪਣੇ ਦੇਸ਼ ਦਾ। ਅਤੇ ਭਾਰਤ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਭਾਰਤ ਦੇ ਵਿੱਚ ਸਿਰਫ ਅਤੇ ਸਿਰਫ ਇਕਲ ਨਾਗਰਿਕਤਾ ਹੈ, ਸਟੇਟ ਦੀ ਨਹੀਂ, ਪੂਰੇ ਭਾਰਤ ਦੀ ਹੈ। ਉਹ ਪੂਰੇ ਭਾਰਤ ਦਾ ਨਾਗਰਿਕ ਅਖਵਾਇਆ ਜਾਵੇਗਾ। ਸੋ ਇਸ ਨੂੰ ਵੀ ਨੋਟ ਕਰਿਓ। ਹੁਣ ਭਾਰਤੀ ਸੰਵਿਧਾਨ ਦੇ ਆਰਟੀਕਲ 5 ਤੋਂ ਲੈ ਕੇ 11 ਨੂੰ ਆਪਾਂ 11 ਤੱਕ ਚੰਗੀ ਤਰ੍ਹਾਂ ਪੜ੍ਹਾਂਗੇ, ਸਮਝਾਂਗੇ, ਵਿਚਾਰਾਂਗੇ। ਸੋ ਅੱਜ ਆਪ ਜੀ ਦੇ ਨਾਲ ਜੋ ਭਾਗ ਦੂਜੇ ਨੂੰ ਲੈ ਕੇ ਹਾਜ਼ਰ ਹੋਏ ਹਾਂ, ਆਰਟੀਕਲ 5 ਨੂੰ ਪੜ੍ਹਾਂਗਾ ਅਤੇ ਆਓ ਆਪਾਂ ਸਾਰੇ ਰਲ ਮਿਲ ਕੇ ਸਮਝਣ ਦਾ ਯਤਨ ਕਰੀਏ। ਆਰਟੀਕਲ 5 ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਆਪਣੇ ਸੰਵਿਧਾਨ ਵਿੱਚ ਲਿਖਦੇ ਨੇ, ਇਸ ਸੰਵਿਧਾਨ ਦੇ ਸ਼ੁਰੂ ਹੋਣ ਸਮੇਂ, ਆਪ ਜੀ ਨੂੰ ਪਤਾ ਨਾ ਭਾਰਤੀ ਸੰਵਿਧਾਨ ਕਦੋਂ ਸ਼ੁਰੂ ਹੋਇਆ? 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਪੂਰਨ ਤੌਰ 'ਤੇ ਲਾਗੂ ਹੋ ਗਿਆ। ਉਸ ਦਾ ਜ਼ਿਕਰ ਹੈ
ਇਸ ਸੰਵਿਧਾਨ ਦੇ ਸ਼ੁਰੂ ਹੋਣ ਸਮੇਂ ਹਰੇਕ ਵਿਅਕਤੀ ਜੋ ਭਾਰਤ ਵਿੱਚ ਰਹਿੰਦਾ ਹੈ, ਜਦੋਂ ਭਾਰਤੀ ਸੰਵਿਧਾਨ ਸ਼ੁਰੂ ਹੋਇਆ, ਹਰੇਕ ਵਿਅਕਤੀ ਜੋ ਇੱਥੇ ਰਹਿੰਦਾ ਹੈ ਅਤੇ ਜੋ ਇੱਥੇ ਜਨਮਿਆ ਹੈ, ਜਿਸ ਦਾ ਜਨਮ ਭਾਰਤ ਦੇ ਵਿੱਚ ਹੋਇਆ, ਜਿਸ ਦੇ ਮਾਤਾ ਜਾਂ ਪਿਤਾ ਵਿੱਚੋਂ ਕੋਈ ਵੀ ਭਾਰਤ ਵਿੱਚ ਜਨਮਿਆ ਸੀ, ਜਿਸ ਦੇ ਮਾਤਾ ਜਾਂ ਪਿਤਾ ਵਿੱਚੋਂ ਕਿਸੇ ਦਾ ਵੀ ਜਨਮ ਭਾਰਤ ਵਿੱਚ ਹੋਇਆ ਸੀ, ਜੋ ਇਸ ਤੋਂ ਠੀਕ ਪਹਿਲਾਂ ਦਾ ਭਾਵ 26 ਜਨਵਰੀ 1950 ਤੋਂ ਪਹਿਲਾਂ ਘੱਟੋ ਘੱਟ 5 ਵਰ੍ਹਿਆਂ ਤੱਕ ਭਾਰਤ ਦੇ ਰਾਜ ਖੇਤਰ ਵਿੱਚ, ਘੱਟੋ ਘੱਟ 5 ਵਰ੍ਹਿਆਂ ਤੱਕ ਭਾਵ 5 ਸਾਲ, 26 ਜਨਵਰੀ 1950 ਤੋਂ ਪਹਿਲਾਂ ਤੁਸੀਂ 5 ਸਾਲ ਪਿੱਛੇ ਚਲੇ ਜਾਓ, ਉਹਦੀ ਗੱਲ ਕਰ ਰਹੇ ਨੇ। ਘੱਟੋ ਘੱਟ 5 ਵਰ੍ਹਿਆਂ ਤੱਕ ਭਾਰਤ ਦੇ ਰਾਜ ਖੇਤਰ ਵਿੱਚ, ਜਿੱਥੇ ਜਿੱਥੇ ਤੱਕ ਭਾਰਤ ਦੀਆਂ ਸਰਹੱਦਾਂ ਲੱਗਦੀਆਂ ਨੇ, ਬਾਰਡਰ ਲੱਗਦੇ ਨੇ, ਉਸ ਖੇਤਰ ਤੱਕ, ਉਸ ਬਾਰਡਰਾਂ ਤੱਕ ਮਾਮੂਲੀ ਤੌਰ 'ਤੇ ਨਿਵਾਸੀ ਰਿਹਾ ਹੋਵੇ। ਇਸ ਭਾਰਤ ਦੇਸ਼ ਦੇ ਵਿੱਚ ਮਾਮੂਲੀ ਤੌਰ 'ਤੇ ਨਿਵਾਸੀ ਰਿਹਾ ਹੋਵੇ, ਜਿੱਥੇ ਤੱਕ ਭਾਰਤ ਦਾ ਨਕਸ਼ਾ ਹੈ, ਸਰਹੱਦਾਂ ਲੱਗਦੀਆਂ ਨੇ, ਬਾਰਡਰ ਲੱਗਦੇ ਨੇ, ਉਸ ਦੇ ਕਿਸੇ ਵੀ ਏਰੀਏ ਦੇ ਅੰਦਰ ਰਿਹਾ ਹੈ ਤਾਂ ਉਹ ਭਾਰਤ ਦਾ ਨਾਗਰਿਕ ਹੋਵੇਗਾ। ਇਹ ਭਾਰਤੀ ਸੰਵਿਧਾਨ ਨੇ ਬਹੁਤ ਹੀ ਸੌਖੇ ਤਰੀਕੇ ਨਾਲ, ਬਹੁਤ ਹੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਰਟੀਕਲ 5 ਦੇ ਦੁਆਰਾ ਸਮਝਾ ਦਿੱਤਾ ਕਿ ਭਾਈ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ, ਉਦੋਂ ਜਾਂ ਉਸ ਤੋਂ 5 ਸਾਲ ਪਹਿਲਾਂ ਦਾ ਸਮਾਂ ਜਿਹੜਾ ਵੀ ਇੱਥੇ ਭਾਰਤ ਦੇ ਵਿੱਚ ਜਨਮਿਆ ਜਾਂ ਉਸ ਦੇ ਮਾਤਾ ਜਾਂ ਪਿਤਾ ਦੇ ਵਿੱਚੋਂ ਵੀ ਕਿਸੇ ਦਾ ਜਨਮ ਹੋਇਆ, ਉਹ ਇੱਥੇ ਭਾਰਤ ਦੇ ਰਾਜ ਖੇਤਰ ਦੇ ਵਿੱਚ ਮਾਮੂਲੀ ਤੌਰ 'ਤੇ ਨਿਵਾਸ ਕਰ ਰਿਹਾ ਹੈ ਜਾਂ ਉਹ ਕਰ ਰਹੇ ਨੇ, ਤਾਂ ਉਹ ਭਾਰਤ ਦੇ ਨਾਗਰਿਕ ਅਖਵਾਉਣ ਦੇ ਹੱਕਦਾਰ ਹਨ। ਇਹ ਹੈ ਭਾਰਤੀ ਸੰਵਿਧਾਨ ਦਾ ਆਰਟੀਕਲ 5ਵਾਂ। ਅੱਗੇ ਭਾਰਤੀ ਸੰਵਿਧਾਨ ਦਾ ਆਰਟੀਕਲ 6ਵਾਂ, ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ। ਆਪ ਜੀ ਨੂੰ ਪਤਾ 15 ਅਗਸਤ 1947 ਨੂੰ ਭਾਰਤ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਇੱਕ ਭਾਰਤ, ਦੂਸਰਾ ਪਾਕਿਸਤਾਨ। ਸਾਡੇ ਦੇਸ਼ ਦੇ ਟੋਟੇ ਹੋਏ ਸੀ 2 1947 ਦੇ ਵਿੱਚ 15 ਅਗਸਤ ਨੂੰ, ਅਤੇ ਸਾਡੇ ਲੋਕ ਪਾਕਿਸਤਾਨ ਵਿੱਚ ਚਲੇ ਗਏ। ਹੁਣ ਜਿਹੜੇ ਪਾਕਿਸਤਾਨ ਵਿੱਚ ਚਲੇ ਤਾਂ ਗਏ ਸੀ, ਪਰ ਪਾਕਿਸਤਾਨ ਤੋਂ ਉਹ ਜਦੋਂ ਇੱਧਰ ਆਉਣਾ ਚਾਹੁੰਦੇ ਸੀ ਜਾਂ ਆ ਗਏ, ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਲਓ ਆਓ ਆਪਾਂ ਪੜ੍ਹਦੇ ਹਾਂ। ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ, ਜੇ ਉਹ ਜਾਂ ਉਸਦੇ ਮਾਤਾ ਜਾਂ ਪਿਤਾ ਵਿੱਚੋਂ, ਇਹ ਨਾਗਰਿਕ ਦੀ ਗੱਲ ਹੋ ਰਹੀ ਹੈ ਜਿਹੜਾ ਪਾਕਿਸਤਾਨ ਤੋਂ ਭਾਰਤ ਆ ਰਿਹਾ, ਉਸ ਨਾਗਰਿਕ ਦੀ ਗੱਲ ਹੋ ਰਹੀ ਹੈ, ਉਹ ਨਾਗਰਿਕ ਜਾਂ ਉਸਦੇ ਮਾਤਾ ਜਾਂ ਪਿਤਾ ਜਾਂ ਕੋਈ ਉਹਨਾਂ ਦੇ ਮਾਤਾ ਜਾਂ ਪਿਤਾ ਵਿੱਚੋਂ, ਭਾਵ ਜਿਹੜਾ ਨਾਗਰਿਕ ਹੈ ਉਹਦੇ ਦਾਦਾ ਦਾਦੀ ਜੀ ਵਿੱਚੋਂ, ਇਸ ਦਾ ਵੀ ਜ਼ਿਕਰ ਹੋ ਗਿਆ, ਉਸਦੇ ਮਾਤਾ ਜਾਂ ਪਿਤਾ ਵਿੱਚੋਂ ਕੋਈ ਜਾਂ ਉਹਨਾਂ ਦੇ ਮਾਤਾ ਪਿਤਾ ਵਿੱਚੋਂ ਕੋਈ ਭਾਰਤ ਸ਼ਾਸਨ ਕਾਨੂੰਨ 1935 ਵਿੱਚ ਪਰਿਭਾਸ਼ਿਤ ਭਾਰਤ ਵਿੱਚ ਜਨਮਿਆ ਸੀ। ਆਪ ਜੀ ਨੂੰ ਪਤਾ ਇੱਕ ਐਕਟ ਬਣਿਆ ਸੀ 1935, ਇਹ 1935 ਐਕਟ ਦਾ ਆਪਾਂ ਫੇਰ ਕਦੇ ਜ਼ਿਕਰ ਕਰਾਂਗੇ। ਇਹਦੇ ਨਾਲ ਇਤਿਹਾਸ ਵੀ ਜੁੜਿਆ ਹੋਇਆ ਹੈ, ਇਸ ਦੇ ਨਾਲ ਬਹੁਤ ਮਹੱਤਵਪੂਰਨ ਵਿਸ਼ੇ ਜੁੜੇ ਹੋਏ ਨੇ ਜਿਨ੍ਹਾਂ ਬਾਰੇ ਚਰਚਾ ਕਰਨੀ ਬਹੁਤ ਹੀ ਜ਼ਰੂਰੀ ਹੈ। ਇਸ ਕਰਕੇ ਮੈਂ ਇੱਥੇ ਇਹੀ ਦੱਸ ਦਿਆਂ ਕਿ 1935 ਦੇ ਐਕਟ ਅਧੀਨ ਜੋ ਭਾਰਤ ਦੇ ਵਿੱਚ ਜਨਮਿਆ ਸੀ ਜਾਂ ਉਹ ਨਾਗਰਿਕ ਦੇ ਮਾਤਾ ਜੀ ਵਿੱਚੋਂ ਜਾਂ ਪਿਤਾ ਜੀ ਵਿੱਚੋਂ ਜਾਂ ਉਹਦੇ ਦਾਦਾ ਜੀ ਵਿੱਚੋਂ ਜਾਂ ਦਾਦੀ ਜੀ ਵਿੱਚੋਂ ਕਿਸੇ ਦਾ ਵੀ ਜਨਮ ਭਾਰਤ ਵਿੱਚ ਹੋਇਆ ਸੀ, ਉਹਨਾਂ ਦਾ ਜ਼ਿਕਰ ਕੀਤਾ ਗਿਆ। ਉਸ ਤੋਂ ਬਾਅਦ ਜਦ ਕਿ ਉਹ ਵਿਅਕਤੀ ਐਸਾ ਹੈ ਜੋ 19 ਜੁਲਾਈ 1948 ਤੋਂ ਪਹਿਲਾਂ 19 ਜੁਲਾਈ 1948 ਤੋਂ ਪਹਿਲਾਂ ਭਾਰਤ ਵਿੱਚ ਰਿਹਾ ਹੈ। ਬਿਲਕੁਲ ਸਮਝ ਲੱਗ ਗਈ ਨਾ। ਪਹਿਲਾਂ ਮਾਤਾ ਪਿਤਾ ਦਾ ਜ਼ਿਕਰ ਕੀਤਾ, ਦਾਦਾ ਦਾਦੀ ਦਾ ਜ਼ਿਕਰ ਕੀਤਾ, ਹੁਣ ਇੱਕ ਤਰੀਕ ਸਨ ਦਾ ਜ਼ਿਕਰ ਕੀਤਾ ਗਿਆ 19 ਜੁਲਾਈ 1948 ਤੋਂ ਪਹਿਲਾਂ ਭਾਰਤ ਵਿੱਚ ਰਿਹਾ ਹੈ। ਜਦ ਕਿ ਉਹ ਵਿਅਕਤੀ ਅਜਿਹਾ ਹੈ ਜਿਸ ਨੇ 19 ਜੁਲਾਈ 1948 ਨੂੰ
ਜਾਂ ਉਸ ਤੋਂ ਬਾਅਦ ਨਾਗਰਿਕਤਾ ਪ੍ਰਾਪਤੀ ਲਈ ਅਰਜ਼ੀ ਦਿੱਤੀ ਅਤੇ ਸੰਵਿਧਾਨ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਭਾਰਤ ਦਾ ਨਾਗਰਿਕ ਰਜਿਸਟਰਡ ਕਰ ਲਿਆ ਗਿਆ ਹੈ। ਬਿਲਕੁਲ ਕਲੀਅਰ ਆਖ ਦਿੱਤਾ ਵੀ 19 ਜੁਲਾਈ 1948 ਨੂੰ ਜਾਂ ਉਸ ਤੋਂ ਬਾਅਦ ਨਾਗਰਿਕਤਾ ਪ੍ਰਾਪਤੀ ਲਈ ਅਰਜ਼ੀ ਦਿੱਤੀ। ਉਹਨੇ ਪਾਕਿਸਤਾਨ ਤੋਂ ਆ ਕੇ ਅਰਜ਼ੀ ਦਿੱਤੀ ਵੀ ਮੈਂ ਇੱਥੇ ਦਾ ਨਾਗਰਿਕ ਬਣਨਾ ਚਾਹੁੰਦਾ ਜਾਂ ਮੈਨੂੰ ਇੱਥੇ ਦਾ ਨਾਗਰਿਕ ਬਣਾਇਆ ਜਾਵੇ, ਕਿਉਂਕਿ ਮੇਰੇ ਮਾਤਾ ਪਿਤਾ ਵਿੱਚੋਂ ਜਾਂ ਮੇਰੇ ਦਾਦਾ ਦਾਦੀ ਜੀ ਵਿੱਚੋਂ ਜਾਂ ਐਕਟ 1935 ਦੇ ਅਧੀਨ ਮੈਂ ਭਾਰਤ ਦਾ ਨਿਵਾਸੀ ਬਣ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਇੱਥੋਂ ਦਾ ਵਾਸੀ ਘੋਸ਼ਿਤ ਕੀਤਾ ਜਾਵੇ। ਤੇ ਭਾਰਤੀ ਸੰਵਿਧਾਨ ਕਹਿ ਰਿਹਾ 19 ਜੁਲਾਈ 1948 ਨੂੰ ਜਾਂ ਉਸ ਤੋਂ ਬਾਅਦ ਨਾਗਰਿਕਤਾ ਪ੍ਰਾਪਤੀ ਲਈ ਅਰਜ਼ੀ ਦਿੱਤੀ ਅਤੇ ਸੰਵਿਧਾਨ ਸ਼ੁਰੂ ਹੋਣ ਤੋਂ ਪਹਿਲਾਂ, ਸੰਵਿਧਾਨ ਕਦੋਂ ਸ਼ੁਰੂ ਹੋਇਆ? 26 ਜਨਵਰੀ 1950 ਨੂੰ। ਉਹ ਤੋਂ ਪਹਿਲਾਂ ਉਸ ਨੂੰ ਭਾਰਤ ਦਾ ਨਾਗਰਿਕ ਰਜਿਸਟਰ ਕਰ ਲਿਆ ਗਿਆ ਹੈ। ਇਹ ਬਿਲਕੁਲ ਕਲੀਅਰ ਕਰ ਦਿੱਤਾ ਭਾਰਤੀ ਸੰਵਿਧਾਨ ਦੇ ਆਰਟੀਕਲ 6 ਨੇ। ਅੱਗੇ ਨਾਲ ਹੀ ਲਿਖਦੇ ਨੇ, ਪਰ ਜੇ ਕੋਈ ਵਿਅਕਤੀ ਆਪਣੀ ਅਰਜ਼ੀ ਦੀ ਤਰੀਕ ਤੋਂ ਠੀਕ ਪਹਿਲਾਂ ਘੱਟੋ ਘੱਟ 6 ਮਹੀਨੇ ਪਹਿਲਾਂ ਭਾਰਤ ਦੇ ਰਾਜ ਖੇਤਰ ਵਿੱਚ ਨਿਵਾਸੀ ਨਹੀਂ ਰਿਹਾ ਹੈ ਤਾਂ ਇਸ ਪ੍ਰਕਾਰ ਰਜਿਸਟਰਡ ਨਹੀਂ ਕੀਤਾ ਜਾਵੇਗਾ। ਜਦੋਂ ਪਾਕਿਸਤਾਨ ਤੋਂ ਆਉਣ ਵਾਲੇ ਕਿਸੇ ਵੀ ਨਾਗਰਿਕ ਨੇ ਇੱਥੇ ਆ ਕੇ ਆਪਣਾ ਰਹਿਣ ਬਸੇਰਾ ਕਰ ਲਿਆ, ਉਹਨੂੰ ਘੱਟ ਤੋਂ ਘੱਟ 6 ਮਹੀਨੇ ਰਹਿਣਾ ਚਾਹੀਦਾ ਅਤੇ ਉਹਨੂੰ ਐਪਲੀਕੇਸ਼ਨ ਦਿੱਤੀ ਹੋਣੀ ਚਾਹੀਦੀ ਹੈ। ਮੰਨ ਲਓ ਜਦੋਂ ਵੀ ਉਹ ਐਪਲੀਕੇਸ਼ਨ ਦਿੰਦਾ, ਐਪਲੀਕੇਸ਼ਨ ਜਦੋਂ ਉਹਨੇ ਆਪਣੇ 'ਤੇ ਲਾਗੂ ਕਰਵਾਉਣੀ ਹੈ, ਸਰਕਾਰ ਨੂੰ ਐਪਲੀਕੇਸ਼ਨ ਦੇਣੀ ਹੈ, ਤਾਂ ਉਹ ਬੰਦੇ ਦਾ ਫਰਜ਼ ਬਣਦਾ, ਨਾਗਰਿਕ ਦਾ ਫਰਜ਼ ਬਣਦਾ ਕਿ ਉਹ 6 ਮਹੀਨੇ ਪਹਿਲਾਂ ਭਾਰਤ ਵਿੱਚ ਰਿਹਾ ਹੋਵੇ। ਇਹ ਵੀ ਜ਼ਿਕਰ ਕੀਤਾ ਗਿਆ ਹੈ, ਮੈਂ ਫਿਰ ਇੱਕ ਵਾਰ ਪੜ੍ਹ ਦਿਆਂ ਤਾਂ ਜੋ ਕਲੀਅਰ ਹੋ ਜਾਵੇ। ਪਰ ਜੇ ਕੋਈ ਵਿਅਕਤੀ ਆਪਣੀ ਅਰਜ਼ੀ ਦੀ ਤਰੀਕ ਤੋਂ ਠੀਕ ਪਹਿਲਾਂ ਘੱਟ ਤੋਂ ਘੱਟ 6 ਮਹੀਨੇ ਪਹਿਲਾਂ ਭਾਰਤ ਦੇ ਰਾਜ ਖੇਤਰ ਵਿੱਚ ਨਿਵਾਸੀ ਨਹੀਂ ਰਿਹਾ ਹੈ ਤਾਂ ਇਸ ਪ੍ਰਕਾਰ ਰਜਿਸਟਰਡ ਨਹੀਂ ਕੀਤਾ ਜਾਵੇਗਾ। ਜੇ ਉਹ ਅਰਜ਼ੀ ਦੇ ਰਿਹਾ ਅਤੇ 6 ਮਹੀਨੇ ਪਹਿਲਾਂ ਇੱਥੇ ਨਹੀਂ ਰਿਹਾ, ਆਉਂਦੇ ਨਹੀਂ ਉਹਨੇ ਦੇ ਦਿੱਤੀ, ਤਾਂ ਉਹਨੂੰ ਭਾਰਤ ਦਾ ਨਾਗਰਿਕ ਨਹੀਂ ਬਣਾਇਆ ਜਾਏਗਾ, ਉਹਨੂੰ ਰਜਿਸਟਰਡ ਨਹੀਂ ਕੀਤਾ ਜਾਵੇਗਾ। ਖੈਰ ਇਹ ਸਮਾਂ ਲੰਘ ਗਿਆ, ਇਹ ਸਮਾਂ ਸਾਡੇ ਬਜ਼ੁਰਗਾਂ 'ਤੇ ਆਇਆ ਸੀ। ਸੋ ਸਾਨੂੰ ਪਤਾ ਹੋਣਾ ਚਾਹੀਦਾ, ਸਾਡੇ ਕੋਲ ਪ੍ਰੂਫ ਚਾਹੀਦੇ ਨੇ ਭਾਰਤੀ ਸੰਵਿਧਾਨ ਦੇ ਪ੍ਰਤੀ। ਸਾਨੂੰ ਜਾਂ ਸਾਡੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਭਾਰਤੀ ਸੰਵਿਧਾਨ ਨੇ ਭਾਰਤ ਦਾ ਨਾਗਰਿਕ ਹੋਣ ਦਾ ਐਲਾਨ ਕਿਹਨੂੰ ਕੀਤਾ ਹੈ। ਇਸ ਕਰਕੇ ਆਪ ਜੀ ਨਾਲ ਆਰਟੀਕਲ 5 ਸਾਂਝਾ ਕੀਤਾ ਗਿਆ, 6 ਸਾਂਝਾ ਕੀਤਾ ਗਿਆ। ਆਓ ਆਪਾਂ ਹੁਣ ਆਰਟੀਕਲ 7 ਨੂੰ ਸਮਝਣ ਦਾ ਯਤਨ ਕਰਦੇ ਹਾਂ। ਪਾਕਿਸਤਾਨ ਨੂੰ ਹਿਜਰਤ ਕਰਨ ਵਾਲੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ। ਪਹਿਲਾਂ ਆਪਾਂ ਜਿਹੜਾ ਆਰਟੀਕਲ 6 ਪੜ੍ਹਿਆ ਉਹਦੇ ਵਿੱਚ ਜ਼ਿਕਰ ਕੀਤਾ ਪਾਕਿਸਤਾਨ ਤੋਂ ਜਿਹੜੇ ਭਾਰਤ ਵਿੱਚ ਆਏ, ਪਰ ਹੁਣ ਆਪਾਂ ਜ਼ਿਕਰ ਕਰਾਂਗੇ ਜਿਹੜੇ ਭਾਰਤ ਦੇ ਵਿੱਚੋਂ ਪਾਕਿਸਤਾਨ ਚਲੇ ਗਏ। ਕੀ ਕਹਿੰਦਾ ਆਰਟੀਕਲ 7? ਆਓ ਪੜ੍ਹਦੇ ਹਾਂ। ਆਰਟੀਕਲ 5 ਅਤੇ 6 ਵਿੱਚ ਕਿਸੇ ਗੱਲ ਦੇ ਹੁੰਦਿਆਂ ਵੀ, ਜਿਹੜਾ ਉੱਪਰ 5 ਤੇ 6 ਪੜ੍ਹਿਆ ਨਾ, ਉਸ ਦਾ ਵੀ ਜ਼ਿਕਰ ਕਰ ਦਿੱਤਾ ਗਿਆ। 5 ਤੇ 6 ਆਰਟੀਕਲ ਦੇ ਕਿਸੇ ਵੀ ਗੱਲ ਹੁੰਦਿਆਂ ਕੋਈ ਵੀ ਵਿਅਕਤੀ ਜਿਸ ਨੇ 1 ਮਾਰਚ 1947 ਤੋਂ ਬਾਅਦ ਮਗਰੋਂ ਭਾਰਤ ਦੇ ਰਾਜ ਖੇਤਰ ਤੋਂ ਅਜਿਹੇ ਰਾਜ ਖੇਤਰ ਨੂੰ ਜੋ ਇਸ ਸਮੇਂ ਪਾਕਿਸਤਾਨ ਕੋਲ ਹੈ ਉੱਥੇ ਜਾ ਵਸਿਆ ਹੈ, ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ। ਤਰੀਕ ਦੱਸ ਦਿੱਤੀ, 1 ਮਾਰਚ 1947 ਤੋਂ ਮਗਰੋਂ ਭਾਰਤ ਦੇ ਰਾਜ ਖੇਤਰ ਤੋਂ ਅਜਿਹੇ ਰਾਜ ਖੇਤਰ ਵਿੱਚ ਚਲੇ ਗਿਆ ਜੋ ਇਸ ਟਾਈਮ ਪਾਕਿਸਤਾਨ ਦੇ ਨਕਸ਼ੇ ਵਿੱਚ ਹੈ, ਪਾਕਿਸਤਾਨ ਸਰਕਾਰ ਦੇ ਅੰਡਰ ਆਉਂਦਾ ਹੈ, ਉੱਥੇ ਜਾ ਕੇ ਆਪਣੇ ਉਹਨਾਂ ਰਹਿਣ ਬਸੇਰਾ ਬਣਾ ਲਿਆ, ਉੱਥੇ ਰਹਿ ਰਿਹਾ ਹੈ, ਉਹ ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਏਗਾ। ਇਹ ਆਰਟੀਕਲ 7 ਨੇ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਦੱਸ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਆਰਟੀਕਲ 7 ਦੀ ਵੀ ਸਮਝ ਲੱਗ ਗਈ ਹੋਵੇਗੀ। ਅੱਗੇ ਆਰਟੀਕਲ 8, ਭਾਰਤ ਤੋਂ ਬਾਹਰ ਰਹਿਣ ਵਾਲੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ। ਪਹਿਲਾਂ ਪਾਕਿਸਤਾਨ ਦੇ ਲੋਕਾਂ ਦੀ ਗੱਲ ਚੱਲੀ ਸੀ ਜਿਹੜੇ ਭਾਰਤ ਆਏ, ਫਿਰ ਜਿਹੜੇ ਭਾਰਤ ਦੇ ਲੋਕ ਪਾਕਿਸਤਾਨ ਦੇ ਵਿੱਚ ਚਲੇ ਗਏ ਉਹਨਾਂ ਦਾ ਜ਼ਿਕਰ, ਹੁਣ ਉਹਨਾਂ ਦਾ ਜ਼ਿਕਰ ਕਰ ਰਿਹਾ ਭਾਰਤੀ ਸੰਵਿਧਾਨ ਦਾ ਆਰਟੀਕਲ 8। ਜਿਹੜੇ ਭਾਰਤ ਦੇ ਰਹਿਣ ਵਾਲੇ ਨੇ
ਪਰ ਉਹ ਹੋਰ ਦੇਸ਼ਾਂ ਦੇ ਵਿੱਚ ਰਹਿ ਰਹੇ ਨੇ, ਭਾਵੇਂ ਰੁਜ਼ਗਾਰ ਤੌਰ 'ਤੇ ਗਏ ਨੇ, ਭਾਵੇਂ ਰੋਟੀ ਲੱਭਣ ਦੇ ਤੌਰ 'ਤੇ ਗਏ ਨੇ, ਹੈ ਨਾ, ਕਿਵੇਂ ਵੀ ਉਹ ਪੜ੍ਹਾਈ ਦੇ ਤੌਰ 'ਤੇ ਗਏ ਨੇ, ਕੰਮਕਾਰ ਦੇ ਤੌਰ 'ਤੇ ਗਏ ਨੇ, ਕਿਵੇਂ ਵੀ ਉਹ ਭਾਰਤ ਦੇਸ਼ ਵਿੱਚੋਂ ਕਿਸੇ ਹੋਰ ਦੂਜੇ ਦੇਸ਼ਾਂ ਵਿੱਚ ਚਲੇ ਗਏ। ਉਹਨਾਂ ਬਾਰੇ ਭਾਰਤੀ ਸੰਵਿਧਾਨ ਦਾ ਆਰਟੀਕਲ 8 ਕਹਿ ਰਿਹਾ ਹੈ, ਕੋਈ ਵਿਅਕਤੀ ਜੋ ਆਪ ਜਾਂ ਉਸਦੇ ਮਾਤਾ ਪਿਤਾ ਜਾਂ ਉਹਨਾਂ ਦੇ ਮਾਤਾ ਪਿਤਾ ਭਾਵ ਉਹਦੇ ਦਾਦਾ ਦਾਦੀ ਜੀ 1935 ਵਿੱਚ ਪਰਿਭਾਸ਼ਿਤ ਭਾਰਤ ਵਿੱਚ ਜਨਮੇ ਹੋਣ। ਇਹ ਤੁਹਾਨੂੰ ਮੈਂ ਦੱਸ ਦਿੱਤਾ ਵੀ ਜੋ ਐਕਟ 1935 ਹੈ ਉਸ ਦੀ ਗੱਲ ਕੀਤੀ ਗਈ ਹੈ। ਇਸ ਪ੍ਰਕਾਰ ਪਰਿਭਾਸ਼ਿਤ ਭਾਰਤ ਤੋਂ ਬਾਹਰ ਕਿਸੇ ਦੇਸ਼ ਵਿੱਚ ਮਾਮੂਲੀ ਤੌਰ 'ਤੇ ਨਿਵਾਸ ਕਰ ਰਿਹਾ ਹੈ। ਨੋਟ ਕਰਿਓ, ਮਾਮੂਲੀ ਤੌਰ 'ਤੇ, ਉਹ ਦੇਸ਼ਾਂ ਵਿੱਚ ਉਹ ਪੱਕਾ ਨਹੀਂ ਹੋਇਆ, ਵੈਸੇ ਹੀ ਪੜ੍ਹਾਈ ਕਰਨ ਗਿਆ ਜਾਂ ਰੋਟੀ ਦੇ ਕਾਰਨ ਗਿਆ ਵਾ ਜਾਂ ਉਹ ਆਪਣੀ ਮਰਜ਼ੀ ਦੇ ਤੌਰ 'ਤੇ ਗਿਆ ਵਾ, ਪਰ ਉੱਥੇ ਮਾਮੂਲੀ ਤੌਰ 'ਤੇ ਨਿਵਾਸ ਕਰ ਰਿਹਾ, ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ, ਉਹ ਭਾਰਤ ਦਾ ਹੀ ਨਾਗਰਿਕ ਸਮਝਿਆ ਜਾਵੇਗਾ, ਕਿਉਂਕਿ ਨਾ ਉਹ ਉੱਥੇ ਪੱਕਾ ਹੋਇਆ, ਨਾ ਉੱਥੇ ਉਹਨੇ ਕੋਈ ਆਪਣਾ ਵੋਟਰ ਕਾਰਡ ਬਣਾਇਆ, ਨਾ ਕੋਈ ਆਈਡੀ ਬਣਾਇਆ, ਨਾ ਕੋਈ ਪ੍ਰੂਫ ਕੀਤਾ, ਉਹ ਉੱਥੇ ਦਾ ਤਾਂ ਹੈ ਨਹੀਂ, ਉਹਦਾ ਸਾਰਾ ਕੁਝ ਇੱਥੇ ਦਾ ਹੈ, ਭਾਰਤ ਦਾ ਹੈ, ਤਾਂ ਉਹ ਭਾਰਤ ਦਾ ਹੀ ਨਾਗਰਿਕ ਸਮਝਿਆ ਜਾਵੇਗਾ। ਜੇ ਉਹ ਨਾਗਰਿਕਤਾ ਪ੍ਰਾਪਤੀ ਲਈ ਅਰਜ਼ੀ ਦੇਵੇ ਅਤੇ ਉਸ ਦੀ ਅਰਜ਼ੀ ਮਨਜ਼ੂਰ ਕਰ ਲਈ ਜਾਵੇਗੀ। ਮੰਨ ਲਓ ਉਹ ਉੱਥੇ ਰਹਿ ਰਿਹਾ ਹੈ, ਇੱਥੇ ਕੋਈ ਪ੍ਰੂਫ ਨਹੀਂ, ਨਾ ਉੱਥੇ ਕੋਈ ਪ੍ਰੂਫ ਬਣਾਇਆ, ਜੇ ਉਹ ਕੋਈ ਅਰਜ਼ੀ ਦੇਵੇ, ਸਰਕਾਰ ਨੂੰ ਬੇਨਤੀ ਕਰੇ, ਰਿਕੁਐਸਟ ਕਰੇ, ਜੋ ਐਕਟ 1935 ਬਾਰੇ ਦੱਸਿਆ ਮੈਂ ਤੁਹਾਨੂੰ, ਜਾਂ ਉਹਦੇ ਮਾਤਾ ਜਾਂ ਪਿਤਾ ਜਾਂ ਦਾਦਾ ਦਾ ਦਾਦੀ ਜੀ ਵਿੱਚੋਂ ਕੋਈ ਭਾਰਤ ਦਾ ਰਹਿਣ ਵਾਲਾ ਹੋਵੇ, ਤਾਂ ਉਹ ਇਸ ਦੇ ਆਧਾਰ 'ਤੇ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਘੋਸ਼ਿਤ ਕਰਵਾ ਸਕਦਾ ਹੈ। ਉਹਨੂੰ ਸਰਕਾਰ ਨੂੰ ਇੱਕ ਐਪਲੀਕੇਸ਼ਨ ਦੇਣੀ ਚਾਹੀਦੀ ਹੈ, ਅਤੇ ਜਦੋਂ ਸਰਕਾਰ ਨੂੰ ਉਹ ਐਪਲੀਕੇਸ਼ਨ ਲਿਖ ਕੇ ਦੇਵੇਗਾ, ਅਰਜ਼ੀ ਦੇਵੇਗਾ, ਤਾਂ ਸਰਕਾਰ ਜਦੋਂ ਮਨਜ਼ੂਰ ਕਰੇਗੀ ਤਾਂ ਉਸ ਨੂੰ ਭਾਰਤ ਦਾ ਨਾਗਰਿਕ ਬਣਾ ਦੇਵੇਗੀ। ਇਹ ਆਰਟੀਕਲ 8 ਦੇ ਵਿੱਚ ਭਾਰਤੀ ਸੰਵਿਧਾਨ ਸਾਨੂੰ ਕਹਿ ਰਿਹਾ ਹੈ। ਅੱਗੇ ਆ ਜਾਓ ਆਰਟੀਕਲ 9। ਆਰਟੀਕਲ 9 ਦੇ ਵਿੱਚ ਲਿਖਿਆ, ਵਿਦੇਸ਼ੀ ਰਾਜ ਦੀ ਨਾਗਰਿਕਤਾ ਸਵੈ ਇੱਛਾ ਨਾਲ ਹਾਸਲ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਨਾ ਹੋਣਾ, ਅਜਿਹਾ ਨਾਗਰਿਕ ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ। ਹੁਣ ਭਾਰਤ ਦਾ ਤਾਂ ਨਾਗਰਿਕ ਹੈ, ਪਰ ਉਹ ਬਾਹਰਲੇ ਦੇਸ਼ ਵਿੱਚ ਚਲੇ ਗਿਆ। ਅਸੀਂ ਦੇਖਦੇ ਹਾਂ ਨਾ ਵੀ ਫਲਾਨਿਆਂ ਦਾ ਮੁੰਡਾ ਗਿਆ ਸੀ ਜੀ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਹੈ ਨਾ, ਨਿਊਜ਼ੀਲੈਂਡ ਦੇ ਵਿੱਚ, ਉਹ ਤਾਂ ਇਹਦਾ ਜੀ ਉਹ ਪੱਕਾ ਹੋ ਗਿਆ। ਪੱਕਾ ਕਿਵੇਂ ਹੋਇਆ? ਜਾਂ ਉਹਨੇ ਜਾ ਕੇ ਵਿਆਹ ਕਰਾ ਲਿਆ, ਉਹਨੇ ਜਾ ਕੇ ਉੱਥੋਂ ਦਾ ਪਰਮਿਟ ਲੈ ਲਿਆ, ਉੱਥੋਂ ਦੇ ਪ੍ਰੂਫ ਬਣਾ ਲਏ। ਪਰ ਭਾਰਤੀ ਸੰਵਿਧਾਨ ਕਹਿ ਰਿਹਾ, ਵਿਦੇਸ਼ੀ ਰਾਜ ਦੀ ਨਾਗਰਿਕਤਾ ਸਵੈ ਇੱਛਾ ਨਾਲ ਹਾਸਲ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਨਾ ਹੋਣਾ, ਅਜਿਹਾ ਨਾਗਰਿਕ ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਏਗਾ। ਭਾਵ ਹੁਣ ਉਹ ਵਿਦੇਸ਼ ਵਿੱਚ ਪੱਕਾ ਹੋ ਗਿਆ, ਉੱਥੇ ਦੀ ਉਹਨੇ ਲੈ ਲਈ ਨਾਗਰਿਕਤਾ, ਹੁਣ ਉਹ ਇੰਡੀਆ ਦਾ, ਭਾਰਤ ਦਾ ਨਾਗਰਿਕ ਨਹੀਂ ਰਿਹਾ, ਉਹ ਵਿਦੇਸ਼ੀ ਨਾਗਰਿਕ ਬਣ ਗਿਆ ਹੈ, ਜਿਹੜੇ ਵੀ ਉਹ ਦੇਸ਼ ਵਿੱਚ ਰਹਿ ਰਿਹਾ ਹੈ। ਸੋ ਇਹਦੇ ਨਾਲ ਹੋਰ ਵੀ ਸਾਨੂੰ ਗੱਲਾਂ ਧਿਆਨਯੋਗ ਰੱਖਣੀਆਂ ਚਾਹੀਦੀਆਂ ਨੇ, ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਹੁਣ ਜੇ ਕੋਈ ਇੱਥੋਂ ਦੀ ਔਰਤ ਬਾਹਰਲੇ ਮਰਦ ਨਾਲ, ਬਾਹਰਲੇ ਦੇਸ਼ ਦੇ ਮਰਦ ਨਾਲ ਵਿਆਹ ਕਰਵਾ ਲਵੇ, ਤਾਂ ਫਿਰ ਉੱਥੇ ਦੀ ਵਸਨੀਕ ਹੋ ਜਾਏਗੀ, ਉਹ ਵੀ ਨਹੀਂ ਮੰਨੀ ਜਾਏਗੀ ਕਿ ਭਾਰਤ ਦੀ ਨਾਗਰਿਕ ਹੈ ਨਾ। ਜਿਵੇਂ ਹੁਣ ਤੁਹਾਨੂੰ ਪਤਾ ਬਈ ਸਾਡੇ ਦੇਸ਼ ਦੇ ਨਾਲ ਕੋਈ ਦੇਸ਼ ਦੀ ਲੜਾਈ ਲੱਗੀ ਹੋਵੇ ਅਤੇ ਸਾਡੇ ਦੇਸ਼ ਦਾ ਹੀ ਨਾਗਰਿਕ ਦੁਸ਼ਮਣਾਂ ਦੀ ਹੈਲਪ ਕਰੇ, ਜਾਸੂਸੀਆਂ ਕਰੇ, ਉਹਨਾਂ ਨੂੰ ਸਾਰੀ ਰਿਪੋਰਟ ਪਹੁੰਚਾਵੇ, ਉਹਨੂੰ ਵੀ ਨਾਗਰਿਕਤਾ ਦਾ ਅਧਿਕਾਰ ਨਹੀਂ ਦਿੱਤਾ ਜਾਵੇਗਾ, ਉਹਦਾ ਵੀ ਨਾਗਰਿਕਤਾ ਦਾ ਅਧਿਕਾਰ ਖਤਮ ਕੀਤਾ ਜਾਵੇਗਾ। ਇਸ ਤਰ੍ਹਾਂ ਬਹੁਤ ਸਾਰੀਆਂ ਕੰਡੀਸ਼ਨਾਂ ਲਾਈਆਂ ਗਈਆਂ ਨੇ। ਇਹ ਜਦੋਂ ਆਪਾਂ ਨਾਗਰਿਕਤਾ ਦਾ ਜੋ ਐਕਟ ਹੈ 1955, ਜਦੋਂ ਆਪਾਂ ਉਹਨੂੰ ਪੜ੍ਹਾਂਗੇ, ਉਹਦੇ ਵਿੱਚ ਸਾਨੂੰ ਸਮਝ ਲੱਗੇਗੀ। ਐਕਟ 1955 ਨੂੰ ਆਪਾਂ ਤੁਹਾਡੇ ਨਾਲ ਕਦੇ ਫਿਰ ਡਿਸਕਸ ਕਰਾਂਗੇ, ਕਿਉਂਕਿ ਹੁਣ ਵੀਡੀਓ ਲੰਬੀ ਚਲੇ ਜਾਣੀ ਹੈ, ਵਿਚਾਰ ਲੰਬੀ ਹੋ ਜਾਣੀ ਆ, ਅਤੇ ਆਪਾਂ ਨੂੰ ਸਮਾਂ ਵੀ ਬਹੁਤ ਚਾਹੀਦਾ, ਕਿਉਂਕਿ ਵੰਸ਼ ਤੋਂ, ਜਨਮ ਤੋਂ, ਹੈ ਨਾ, ਕੁੱਲ ਤੋਂ, ਪੰਜੀਕਰਨ ਦੁਆਰਾ, ਅਤੇ ਇਸ ਤਰ੍ਹਾਂ ਮਤਲਬ ਜੋ ਉਹ ਭਾਰਤ ਦਾ ਨਾਗਰਿਕ ਕਿਵੇਂ ਅਖਵਾ ਸਕਦਾ ਅਤੇ ਕਿਵੇਂ ਉਹਨੂੰ ਭਾਰਤ ਦੇ ਨਾਗਰਿਕ ਤੋਂ ਉਹ ਖਤਮ ਹੋ ਸਕਦਾ। ਜਿਵੇਂ ਆਰਟੀਕਲ 9 ਦੇ ਵਿੱਚ ਹੀ ਦੱਸ ਦਿੱਤਾ ਕਿ ਉਹ ਬਾਹਰਲੇ ਦੇਸ਼ ਵਿੱਚ ਜਾ ਕੇ ਰਹਿਣ ਲੱਗ ਗਿਆ, ਆਪਣੀ ਸਵੈ ਇੱਛਾ ਨਾਲ ਉੱਥੋਂ ਦੀ ਉਹਨੇ ਨਾਗਰਿਕਤਾ ਲੈ ਲਈ, ਹੁਣ ਉਹ ਭਾਰਤ ਦਾ ਨਾਗਰਿਕ ਨਹੀਂ ਰਿਹਾ। ਸੋ ਆਪਾਂ ਆਰਟੀਕਲ 9 ਨੂੰ ਮੁੱਖ ਰੱਖਦਿਆਂ ਹੋਇਆਂ
ਕਿਸੇ ਦਿਨ ਐਕਟ 1955 ਜੋ ਨਾਗਰਿਕਤਾ ਦਾ ਅਧਿਨਿਯਮ ਬਣਾਇਆ ਗਿਆ ਉਹਦੇ 'ਤੇ ਗੱਲਬਾਤ ਕਰਾਂਗੇ। ਸੋ ਖੁੱਲ੍ਹ ਕੇ ਵਿਚਾਰ ਉਹਦੇ 'ਤੇ ਕਰਾਂਗੇ, ਫਿਰ ਸਾਨੂੰ ਹੋਰ ਕਲੀਅਰ ਹੋ ਜਾਏਗਾ। ਸੋ ਸਮਝਣ ਲਈ ਆਰਟੀਕਲ 9 ਨੂੰ ਇੰਨਾ ਹੀ ਧਿਆਨ ਵਿੱਚ ਰੱਖੋ ਕਿ ਜਦੋਂ ਅਸੀਂ ਆਪਣੇ ਦੇਸ਼ ਦੇ ਨਾਲ ਗਦਾਰੀ ਕਰਦੇ ਹਾਂ ਜਾਂ ਆਪਣੇ ਦੇਸ਼ ਨੂੰ ਛੱਡ ਕੇ ਹੋਰ ਦੇਸ਼ ਦੀ ਨਾਗਰਿਕਤਾ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ ਭਾਰਤ ਦੇ ਨਾਗਰਿਕ ਨਹੀਂ ਰਹਿੰਦੇ। ਸੋ ਹੋਰ ਵੀ ਇਹਦੇ ਨਾਲ ਕਈ ਕੰਡੀਸ਼ਨਾਂ ਨੇ, ਉਹ ਆਪਾਂ ਫੇਰ ਪੜਾਂਗੇ। ਸੋ ਅੱਗੇ ਆਰਟੀਕਲ 10, ਭਾਰਤ ਵਿੱਚ ਰਹਿਣ ਵਾਲੇ ਹਰ ਨਾਗਰਿਕ ਦਾ ਸ਼ਹਿਰੀ ਅਧਿਕਾਰ ਬਣਿਆ ਰਹੇਗਾ। ਉਹ ਇਹ ਜਿਹੜੇ ਅਧਿਕਾਰ ਬਣਦੇ ਨੇ ਨਾਗਰਿਕਤਾ ਦੇ, ਉਹ ਇਸ ਦੇ ਨਾਗਰਿਕਤਾ ਦੇ ਜੋ ਅਧਿਕਾਰ ਨੇ ਇਹਦਾ ਹੱਕਦਾਰ ਹੋਏਗਾ। ਉਹ ਇਹਨਾਂ ਦਾ ਅਧਿਕਾਰ, ਇਹਨਾਂ ਦਾ ਸ਼ਹਿਰੀ ਬਣਿਆ ਰਹੇਗਾ। ਸੋ ਹਰ ਇੱਕ ਮਨੁੱਖ ਜੋ ਭਾਰਤ ਦਾ ਰਹਿਣ ਵਾਲਾ ਹੈ ਉਸ ਨੂੰ ਉਹ ਅਧਿਕਾਰ ਦਿੱਤੇ ਜਾਣਗੇ ਜਿਹੜੇ ਭਾਰਤ ਦੇ ਨਾਗਰਿਕ ਹੋਣ ਦੇ ਅਧਿਕਾਰ ਦਿੱਤੇ ਗਏ ਹਨ। ਹੁਣ ਦੇਖੋ ਤੁਸੀਂ, ਜਿਹੜੇ ਵਿਦੇਸ਼ੀ ਵੀ ਰਹਿ ਰਹੇ ਨੇ, ਪੜ੍ਹਾਈਆਂ ਕਰ ਰਹੇ ਨੇ, ਨੌਕਰੀਆਂ ਕਰ ਰਹੇ ਨੇ, ਉਹਨਾਂ ਨੂੰ ਬਹੁਤ ਸਾਰੇ ਅਧਿਕਾਰ ਨੇ ਜਿਹੜੇ ਨਹੀਂ ਮਿਲਦੇ। ਜਿਵੇਂ ਉਹ ਇੱਥੇ ਵੋਟ ਨਹੀਂ ਪਾ ਸਕਦਾ, ਹੈ ਨਾ, ਉਹ ਇੱਥੇ ਵੋਟ ਨਹੀਂ ਪਾ ਸਕਦਾ, ਉਹ ਇੱਥੇ ਰਾਜਨੀਤੀ ਵਿੱਚ ਕਿਸੇ ਪਦ 'ਤੇ ਨਹੀਂ ਬੈਠ ਸਕਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਨਿਯਮ, ਇਹ ਆਪਾਂ ਐਕਟ 1955 ਦੇ ਵਿੱਚ ਪੜ੍ਹਾਂਗੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਅਧਿਕਾਰ ਭਾਰਤੀ ਸੰਵਿਧਾਨ ਨੇ ਭਾਰਤ ਦੇ ਨਾਗਰਿਕਾਂ ਨੂੰ ਦਿੱਤੇ ਨੇ, ਉਹ ਵਿਦੇਸ਼ੀ ਅਧਿਕਾਰਾਂ ਨੂੰ ਬਹੁਤ ਸਾਰੇ ਅਧਿਕਾਰ ਨੇ ਜਿਹੜੇ ਨਹੀਂ ਮਿਲੇ। ਜਿਵੇਂ ਆਰਟੀਕਲ ਤੁਸੀਂ 15 ਨੂੰ ਪੜ੍ਹੋਗੇ, 16 ਨੂੰ ਪੜ੍ਹੋਗੇ, 19 ਨੂੰ ਪੜ੍ਹੋਗੇ, 29 ਨੂੰ ਪੜ੍ਹੋਗੇ, 30 ਨੂੰ ਪੜ੍ਹੋਗੇ, ਉਹਦੇ ਵਿੱਚ ਅੱਗੇ ਜਾ ਕੇ ਜ਼ਿਕਰ ਆਏਗਾ। ਉਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਕਿਹੜੇ ਕਿਹੜੇ ਮੌਲਿਕ ਅਧਿਕਾਰਾਂ ਦੇ ਭਾਰਤ ਦੇ ਨਾਗਰਿਕ ਹੱਕ ਰੱਖਦੇ ਨੇ। ਸੋ ਭਾਰਤ ਵਿੱਚ ਰਹਿਣ ਵਾਲੇ ਹਰ ਨਾਗਰਿਕ ਦਾ ਸ਼ਹਿਰੀ ਅਧਿਕਾਰ ਬਣਿਆ ਰਹੇਗਾ। ਉਹ ਇਹਨਾਂ ਨਾਗਰਿਕਤਾ ਦੇ ਜੋ ਅਧਿਕਾਰ ਨੇ ਹੱਕਦਾਰ ਬਣਿਆ ਰਹੇਗਾ। ਅੱਗੇ ਆਰਟੀਕਲ 11, ਸੰਸਦ ਦੁਆਰਾ ਨਾਗਰਿਕਤਾ ਦੇ ਅਧਿਕਾਰ ਦਾ ਕਾਨੂੰਨ ਦੁਆਰਾ ਪਾਲਣ ਕਰਾਇਆ ਜਾਵੇਗਾ। ਸੰਸਦ ਦੁਆਰਾ ਕਾਨੂੰਨ ਦੇ ਪਾਲਣ ਕਰਾਉਣਾ ਇਹ ਸੰਸਦ ਦਾ ਕੰਮ ਹੋਵੇਗਾ ਅਤੇ ਸੰਸਦ ਨਵਾਂ ਕਾਨੂੰਨ ਵੀ ਬਣਾ ਸਕਦੀ ਹੈ। ਭਾਰਤੀ ਸੰਵਿਧਾਨ ਨੂੰ ਮੁੱਖ ਰੱਖਦਿਆਂ ਹੋਇਆਂ, ਭਾਰਤੀ ਸੰਵਿਧਾਨ ਦੀ ਜੋ ਧਾਰਾ 368 ਨੂੰ ਮੁੱਖ ਰੱਖਦਿਆਂ ਹੋਇਆਂ, ਉਸ ਭਾਰਤੀ ਸੰਵਿਧਾਨ ਦੇ ਕਾਨੂੰਨ ਨੂੰ, ਵਿਧੀ ਵਿਧਾਨ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਦ ਨਵਾਂ ਕਾਨੂੰਨ ਵੀ ਬਣਾ ਸਕਦੀ ਹੈ। ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 11 ਨੇ ਦੱਸ ਦਿੱਤਾ। ਪਰ ਉਹ ਭਾਰਤੀ ਸੰਵਿਧਾਨ ਦੇ ਨਿਯਮਾਂ ਦੀਆਂ ਧੱਜੀਆਂ ਨਾ ਉਡਾਉਂਦਾ ਹੋਵੇ, ਇਹ ਚੀਜ਼ ਨੂੰ ਮੁੱਖ ਰੱਖਣਾ। ਅਤੇ ਇਹ ਅਧਿਕਾਰ ਬਣਾਉਣ ਦੀ ਜੋ ਆਜ਼ਾਦੀ ਭਾਰਤੀ ਸੰਵਿਧਾਨ ਨੇ ਹੀ ਦਿੱਤੀ ਹੈ। ਜਿਵੇਂ ਆਪ ਜੀ ਨੂੰ ਪਤਾ ਐਕਟ 1935 ਬਣਿਆ ਸੀ, ਪਰ ਆਰਟੀਕਲ 11 ਦੇ ਤਹਿਤ ਐਕਟ 1955 ਬਣਾਇਆ ਗਿਆ। ਸੋ ਇਸ ਤਰ੍ਹਾਂ ਸੰਸਦ ਨੂੰ ਪਾਵਰ ਦਿੱਤੀ ਗਈ ਹੈ, ਪਾਰਲੀਮੈਂਟ ਨੂੰ ਪਾਵਰ ਦਿੱਤੀ ਗਈ ਹੈ। ਮਾਣਯੋਗ ਰਾਸ਼ਟਰਪਤੀ ਸਾਹਿਬ ਜੀ ਦੁਆਰਾ ਭਾਰਤੀ ਸੰਵਿਧਾਨ ਦੀ ਜੋ ਕਾਨੂੰਨੀ ਵਿਧੀ ਹੈ ਉਹਦੇ ਦੁਆਰਾ ਜੋ ਵੀ ਨਵਾਂ ਕਾਨੂੰਨ, ਨਵਾਂ ਨਿਯਮ ਬਣਾਉਣਾ ਨਾਗਰਿਕਤਾ ਲਈ, ਉਹ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ, ਨੋਟ ਕਰਨ ਵਾਲਾ ਪੁਆਇੰਟ ਹੈ, ਦਾਇਰੇ ਵਿੱਚ ਰਹਿ ਕੇ, ਕਾਨੂੰਨ ਵਿਧੀ ਵਿੱਚ ਰਹਿ ਕੇ ਬਣਾਇਆ ਜਾ ਸਕਦਾ, ਸੰਵਿਧਾਨ ਦੀਆਂ ਧੱਜੀਆਂ ਨਾ ਉਡਾਉਂਦਾ ਹੋਵੇ। ਸੋ ਇਹ ਸੀ ਨਾਗਰਿਕਤਾ ਦਾ ਅਧਿਕਾਰ। ਇਸ ਵਿਸ਼ੇ 'ਤੇ ਆਪਾਂ ਫੇਰ ਕਦੇ ਗੱਲਬਾਤ ਕਰਾਂਗੇ ਕਿਉਂਕਿ ਇਹ ਬਹੁਤ ਹੀ ਗੰਭੀਰ ਅਤੇ ਸਮਝਣ ਵਾਲਾ ਵਿਸ਼ਾ ਹੈ। ਅਤੇ ਆਰਟੀਕਲ 5, 6, 7, 8, 9, 10, 11 ਇਹ 7 ਆਰਟੀਕਲ ਬਣਦੇ ਨੇ ਜਿਨ੍ਹਾਂ ਦੀ ਵਿਚਾਰ ਆਪ ਜੀ ਦੇ ਨਾਲ ਕੀਤੀ ਗਈ ਹੈ। ਸੋ ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਨਾਗਰਿਕਤਾ ਦੇ ਅਧਿਕਾਰ ਵਾਲੇ ਸਮਝ ਲੱਗ ਚੁੱਕੀ ਹੋਵੇਗੀ। ਸੋ ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਆਪਾਂ ਅਗਲੀ ਵਾਰੀ ਗਲਤੀਆਂ ਨੂੰ ਸੁਧਾਰ ਕੇ ਫਿਰ ਆਪਾਂ ਵਿਚਾਰਾ ਵਧੀਆ ਅਤੇ ਸੋਹਣੀਆਂ ਸਟੱਡੀਆਂ ਕਰਾਂਗੇ। ਸੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ, ਜਿਸ ਦੇ ਵਿੱਚ ਆਪ ਜੀ ਦੇ ਨਾਲ ਭਾਰਤੀ ਸੰਵਿਧਾਨ ਦੇ ਭਾਗ 3 ਵਿੱਚ ਮੌਲਿਕ ਅਧਿਕਾਰਾਂ ਦੀ ਗੱਲਬਾਤ ਕਰਾਂਗੇ। ਉਹ ਮੌਲਿਕ ਅਧਿਕਾਰ ਜਿਨ੍ਹਾਂ ਬਾਬਤ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਉਹ ਆਪਣੇ ਮੌਲਿਕ ਅਧਿਕਾਰਾਂ ਦੇ ਹੱਕਦਾਰ ਨੇ। ਕਿਹੜੇ ਕਿਹੜੇ ਮੌਲਿਕ ਅਧਿਕਾਰ ਨੇ, ਕਿੰਨੇ ਕਿੰਨੇ ਮੌਲਿਕ ਅਧਿਕਾਰ ਨੇ, ਅਗਲੀ ਵੀਡੀਓ ਤੋਂ ਆਪਾਂ ਸ਼ੁਰੂ ਕਰਾਂਗੇ। ਸੋ ਮੌਲਿਕ ਅਧਿਕਾਰ ਕਿਹਨੂੰ ਕਹਿੰਦੇ ਨੇ, ਇਹਦੇ 'ਤੇ ਵੀ ਸਪੈਸ਼ਲ ਵੀਡੀਓ ਬਣਾਵਾਂਗੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ, ਮੈਨੂੰ ਮਾफ़ ਕਰਨਾ ਜੇ ਕੋਈ ਗਲਤੀ ਹੋ ਗਈ ਹੋਵੇ। ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਹੋਰ ਲੋਕਾਂ ਤੱਕ ਪਹੁੰਚਾਇਆ ਕਰੋ, ਉਹਨਾਂ ਲੋਕਾਂ ਤੱਕ ਪਹੁੰਚਾਇਆ ਕਰੋ ਜਿਨ੍ਹਾਂ ਨੇ ਕਦੇ ਭਾਰਤੀ ਸੰਵਿਧਾਨ ਪੜ੍ਹਿਆ ਤਾਂ ਕੀ
ਵੇਖਿਆ ਹੀ ਨਹੀਂ। ਅਸੀਂ ਦੱਸਣਾ ਕਿ ਸਾਡਾ ਰਹਿਬਰ ਬਾਬਾ ਸਾਹਿਬ ਤੁਹਾਡੇ ਲਈ ਕਿੱਡਾ ਵੱਡਾ ਪਰਉਪਕਾਰ ਕਰਕੇ ਗਏ ਹਨ। ਭਾਰਤੀ ਸੰਵਿਧਾਨ ਖੁਦ ਪੜ੍ਹੋ, ਸਮਝੋ, ਵਿਚਾਰੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।